गुड मॉर्निंग स्टूडेंट्स, वेलकम टू दी पंजाबी क्लासरूम। बेटा अज असी सुगात बुक का पाठ नंबर 5 सियाना तोता पढ़ांगे। ठीक है, ਇਹਦੇ ਵਿੱਚ ਸਾਨੂੰ ਸਮਝਾਇਆ ਗਿਆ ਕਿ ਸਾਨੂੰ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਸਾਨੂੰ ਜੇ ਕੋਈ ਸਾਡੇ ਤੇ ਅਹਿਸਾਨ ਕਰਦਾ ਤਾਂ ਸਾਨੂੰ ਉਸਦੇ ਕੀਤੇ ਗਏ ਉਪਕਾਰ ਨੂੰ ਅਹਿਸਾਨ ਨੂੰ ਭੁੱਲਣਾ ਨਹੀਂ ਚਾਹੀਦਾ। ਠੀਕ ਹੈ, ਮੈਂ ਚੈਪਟਰ ਸਟਾਰਟ ਕਰਨ ਲੱਗੀ ਹਾਂ। ਕਿਸੇ ਨਾਲ ਵੀ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ, ਧੋਖਾ ਨਹੀਂ ਕਰਨਾ ਚਾਹੀਦਾ। ਜਿਹੜਾ ਆਪਣੇ ਦੋਸਤ ਜਾਂ ਮਿੱਤਰ ਨਾਲ ਧੋਖਾ ਕਰੇਗਾ ਉਸ ਨੂੰ ਕਦੀ ਵੀ ਸੁੱਖ ਨਹੀਂ ਮਿਲ ਸਕਦਾ। ਸੁਖੀ ਜੀਵਨ ਲਈ ਹਿਰਦਾ ਸਾਫ਼ ਰੱਖੋ। ਹਿਰਦਾ ਮੀਨਸ ਦਿਲ। ਅਤੇ ਕਿਸੇ ਦੇ ਕੀਤੇ ਉਪਕਾਰ ਨੂੰ ਨਾ ਭੁੱਲੋ। ਬੇਟੇ ਇਹ ਇਸ ਚੈਪਟਰ ਦਾ ਉਦੇਸ਼ ਹੈ। ਹੁਣ ਚੈਪਟਰ ਸਟਾਰਟ ਹੋ ਰਿਹਾ ਹੈ। ਰਾਮਨਗਰ ਨਾਂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬਹੁਤ ਗਰੀਬ ਲੜਕਾ ਰਾਮੂ ਅਤੇ ਉਸ ਦੀ ਬਜ਼ੁਰਗ ਮਾਂ ਰਹਿੰਦੀ ਸੀ। ਰਾਮੂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਸੀ। ਦੇਹਾਂਤ ਹੋ ਜਾਣਾ ਮੀਨਸ ਮਰ ਜਾਣਾ, ਉਹ ਮਰ ਚੁੱਕੇ ਸਨ। ਰਾਮੂ ਹਰ ਰੋਜ਼ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ ਸੀ। ਉਹਨਾਂ ਲੱਕੜਾਂ ਨੂੰ ਸ਼ਹਿਰ ਵਿੱਚ ਵੇਚ ਕੇ ਜੋ ਕੁਝ ਵੀ ਮਿਲਦਾ ਉਸੇ ਨਾਲ ਹੀ ਆਪਣਾ ਤੇ ਆਪਣੀ ਬੁੱਢੀ ਮਾਂ ਦਾ ਪੇਟ ਭਰਦਾ ਸੀ। ਇੱਕ ਦਿਨ ਰਾਮੂ ਜੰਗਲ ਵਿੱਚ ਲੱਕੜਾਂ ਲੈਣ ਗਿਆ ਤਾਂ ਅਚਾਨਕ ਹੀ ਅਸਮਾਨ 'ਤੇ ਬੱਦਲ ਛਾ ਗਏ। ਠੰਡੀ ਠੰਡੀ ਹਵਾ ਚੱਲ ਪਈ। ਥੋੜੀ ਦੇਰ ਬਾਅਦ ਹੀ ਜ਼ਬਰਦਸਤ ਮੀਂਹ ਪੈਣ ਲੱਗ ਪਿਆ। ਰਾਮੂ ਇੱਕ ਸੰਘਣੇ ਦਰਖਤ ਥੱਲੇ ਬੈਠ ਗਿਆ। ਮੀਂਹ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਰਾਮੂ ਡੂੰਘੀ ਸੋਚ ਵਿੱਚ ਡੁੱਬ ਗਿਆ। ਉਸ ਨੂੰ ਫਿਕਰ ਹੋ ਗਿਆ ਕਿ ਸਾਰੀਆਂ ਲੱਕੜਾਂ ਗਿੱਲੀਆਂ ਹੋ ਗਈਆਂ ਸਨ ਤੇ ਇਹਨਾਂ ਨੂੰ ਬਾਜ਼ਾਰ ਵਿੱਚ ਕੋਈ ਨਹੀਂ ਖਰੀਦੇਗਾ। ਅੱਜ ਦੀ ਰਾਤ ਉਹਨਾਂ ਨੂੰ ਭੁੱਖੇ ਹੀ ਸੌਣਾ ਪਏਗਾ। ਬੇਟੇ ਕਿਉਂਕਿ ਉਹ ਇਹ ਲੱਕੜਾ ਵੇਚ ਕੇ ਗੁਜ਼ਾਰਾ ਕਰਦਾ ਸੀ ਨਾ, ਤੇ ਫਿਰ ਉਹਨੂੰ ਫਿਕਰ ਪੈ ਗਿਆ ਕਿ ਅੱਜ ਤਾਂ ਕੋਈ ਲੱਕੜਾ ਹੀ ਨਹੀਂ ਖਰੀਦੇਗਾ ਕਿਉਂਕਿ ਲੱਕੜਾਂ ਗਿੱਲੀਆਂ ਹੋ ਗਈਆਂ। ਉਸ ਦਰਖਤ 'ਤੇ ਇੱਕ ਤੋਤਾ ਬੈਠਾ ਹੋਇਆ ਸੀ। ਰਾਮੂ ਨੂੰ ਫਿਕਰਮੰਦ ਵੇਖ ਕੇ ਤੋਤੇ ਨੂੰ ਉਸ 'ਤੇ ਤਰਸ ਆ ਗਿਆ। ਤੋਤਾ ਇੱਕ ਮਿੱਠਾ ਜਿਹਾ ਗੀਤ ਗਾਉਣ ਲੱਗ ਪਿਆ। ਨਾ ਹੋ ਉਦਾਸ ਬੱਚੇ ਤੂੰ ਯਾਦ ਕਰ ਰੱਬ ਸੱਚੇ ਨੂੰ, ਵਸੀਲਾ ਕੋਈ ਬਣਾਏਗਾ ਦੁਖੜਾ ਤੇਰਾ ਮਿਟਾਏਗਾ। ਠੀਕ ਹੈ, ਤੋਤਾ ਇਹ ਵਰਡਿੰਗ ਬੋਲਣ ਲੱਗ ਗਿਆ। ਤੋਤੇ ਦਾ ਗੀਤ ਸੁਣ ਕੇ ਰਾਮੂ ਹੈਰਾਨ ਹੋ ਗਿਆ। ਉਸਨੇ ਤੋਤੇ ਤੋਂ ਪੁੱਛਿਆ, ਇਹ ਤੋਤੇ ਕੀ ਤੂੰ ਬੋਲ ਵੀ ਸਕਦਾ ਹੈ? ਤੋਤੇ ਨੇ ਜਵਾਬ ਦਿੱਤਾ, ਹਾਂ ਮੈਂ ਬੋਲ ਸਕਦਾ ਹਾਂ। ਇਹ ਤਾਂ ਬਹੁਤ ਹੀ ਕਮਾਲ ਦੀ ਗੱਲ ਹੈ, ਦੋਸਤ ਰਾਮੂ ਨੇ ਕਿਹਾ। ਫਿਰ ਉਸਨੇ ਆਪਣੀ ਸਾਰੀ ਕਹਾਣੀ ਤੋਤੇ ਨੂੰ ਦੱਸੀ। ਤੋਤੇ ਨੂੰ ਰਾਮੂ 'ਤੇ ਤਰਸ ਆ ਗਿਆ। ਤੋਤੇ ਨੇ ਕਿਹਾ, ਮੈਂ ਜਾਣ ਗਿਆ ਹਾਂ ਕਿ ਤੂੰ ਸੱਚਮੁੱਚ ਬਹੁਤ ਗਰੀਬ ਹੈ। ਫਿਰ ਤੂੰ ਮੈਨੂੰ ਆਪਣਾ ਦੋਸਤ ਵੀ ਕਿਹਾ ਹੈ, ਇਸ ਲਈ ਮੈਂ ਤੇਰੀ ਹਰ ਰੋਜ਼ ਮਦਦ ਕਰਿਆ ਕਰਾਂਗਾ। ਉਹ ਤੋਤਾ ਉਹਦੀ ਹੈਲਪ ਕਰਨ ਲਈ ਤਿਆਰ ਹੋ ਗਿਆ। ਉਹਦੀ ਫਿਕਰ 'ਚ ਉਹਨੂੰ ਦੇਖ ਕੇ ਅਤੇ ਉਹ ਕਹਿੰਦਾ ਮੈਂ ਤੇਰੀ ਮਦਦ ਕਰਿਆ ਕਰਾਂਗਾ। ਰਾਮੂ ਨੇ ਪੁੱਛਿਆ, ਉਹ ਕਿਵੇਂ ਦੋਸਤ? ਮੇਰੇ ਕੋਲ ਜਾਦੂ ਦੇ ਕਈ ਖੰਭ ਹਨ। ਉਹਨਾਂ ਵਿੱਚੋਂ ਮੈਂ ਤੈਨੂੰ ਇੱਕ ਖੰਭ ਹਰ ਰੋਜ਼ ਦੇ ਦਿਆ ਕਰਾਂਗਾ। ਉਸ ਨੂੰ ਲਿਜਾ ਕੇ ਪਕਾ ਲੈਣਾ। ਉਸ ਖੰਭ ਤੋਂ ਬਹੁਤ ਹੀ ਸੁਆਦਲਾ ਭੋਜਨ ਤਿਆਰ ਹੋ ਜਾਇਆ ਕਰੇਗਾ। ਫਿਰ ਤੂੰ ਤੇ ਤੇਰੀ ਮਾਂ ਰੱਜ ਕੇ ਭੋਜਨ ਕਰ ਲਿਆ ਕਰਨਾ। ਇਹ ਕਹਿ ਕੇ ਤੋਤੇ ਨੇ ਜਾਦੂ ਵਾਲਾ ਖੰਭ ਰਾਮੂ ਨੂੰ ਦੇ ਦਿੱਤਾ। ਰਾਮੂ ਖੁਸ਼ੀ-ਖੁਸ਼ੀ ਘਰ ਵੱਲ ਚੱਲ ਲਿਆ। ਘਰ ਪਹੁੰਚ ਕੇ ਉਸਨੇ ਸਾਰੀ ਗੱਲ ਆਪਣੀ ਬੁੱਢੀ ਮਾਂ ਨੂੰ ਦੱਸ ਦਿੱਤੀ। ਫਿਰ ਉਹਨਾਂ ਨੇ ਜਾਦੂਈ ਖੰਭ ਨੂੰ ਕੜਾਹੀ ਵਿੱਚ ਰੱਖ ਕੇ ਥੋੜ੍ਹਾ ਪਾਣੀ ਪਾ ਦਿੱਤਾ। ਕੜਾਹੀ ਨੂੰ ਅੱਗ ਉੱਤੇ ਰੱਖ ਕੇ ਉਸ ਵਿੱਚ ਕੜਛੀ ਫੇਰਦੇ ਰਹੇ। ਵੇਖਦੇ ਹੀ ਵੇਖਦੇ ਬਹੁਤ ਹੀ ਵਧੀਆ ਭੋਜਨ ਤਿਆਰ ਹੋ ਗਿਆ। ਫਿਰ ਮਾਂ ਪੁੱਤਾਂ ਨੇ ਪਹਿਲੀ ਵਾਰ ਇੰਨਾ ਸਵਾਦਲਾ ਭੋਜਨ ਖਾਧਾ। ਬੇਟੇ ਜਿਹੜਾ ਖਾਣਾ ਤਿਆਰ ਹੋਇਆ ਬਹੁਤ ਟੇਸਟੀ ਹੋਇਆ। ਉਹਨਾਂ ਨੇ ਪਹਿਲੀ ਵਾਰ ਇੰਨਾ ਟੇਸਟੀ ਭੋਜਨ ਖਾਧਾ। ਰਾਤ ਨੂੰ ਰਾਮੂ ਨੂੰ ਨੀਂਦ ਨਹੀਂ ਸੀ ਆਈ। ਉਹ ਸੋਚਣ ਲੱਗ ਪਿਆ ਕਿ ਜੇਕਰ ਤੋਤੇ ਨੂੰ ਫੜ ਕੇ ਕੈਦ ਕਰ ਲਿਆ ਜਾਵੇ ਤਾਂ ਉਸ ਕੋਲੋਂ ਸਾਰੇ ਖੰਭ ਇੱਕੋ ਵਾਰੀ ਹੀ ਲਏ ਜਾ ਸਕਦੇ ਹਨ। ਫਿਰ ਕਿਸੇ ਕਿਸਮ ਦਾ ਡਰ ਵੀ ਨਹੀਂ ਰਹੇਗਾ ਕਿ ਪਤਾ ਨਹੀਂ ਤੋਤਾ ਮਿਲੇਗਾ ਵੀ ਜਾਂ ਨਹੀਂ, ਕਿਧਰੇ ਉੱਡ ਹੀ ਨਾ ਜਾਵੇ, ਫਿਰ ਕਦੇ ਵਾਪਸ ਹੀ ਨਾ ਆਵੇ। ਇਸ ਲਈ ਇਹ ਵਧੀਆ ਤਰੀਕਾ ਹੈ ਕਿ ਤੋਤੇ ਨੂੰ ਫੜ ਕੇ ਕੈਦ ਕਰ ਲਿਆ ਜਾਵੇ। ਇਸ ਤਰ੍ਹਾਂ ਉਸ ਨੂੰ ਕੋਈ ਮਿਹਨਤ ਵੀ ਨਹੀਂ ਕਰਨੀ ਪਏਗੀ ਅਤੇ ਰੋਜ਼ ਵਧੀਆ ਭੋਜਨ ਵੀ ਮਿਲ ਜਾਇਆ ਕਰੇਗਾ। ਲਾਲਚ ਵਿੱਚ ਆ ਕੇ ਰਾਮੂ ਦੂਸਰੇ ਦਿਨ ਜੰਗਲ ਵਿੱਚ ਗਿਆ। ਉਸਨੇ ਕਿਸੇ ਤਰ੍ਹਾਂ ਤੋਤੇ ਨੂੰ ਫੜ ਲਿਆ। ਘਰ ਲਿਆ ਕੇ ਤੋਤੇ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ। ਤੋਤੇ ਨੇ ਬਹੁਤ ਸਾਰੇ ਤਰਲੇ ਕੀਤੇ ਕਿ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇ, ਪਰ ਰਾਮੂ ਨੇ ਤੋਤੇ ਦੀ ਇੱਕ ਨਹੀਂ ਸੁਣੀ। ਰਾਮੂ ਨੇ ਤੋਤੇ ਨੂੰ ਕਿਹਾ ਕਿ ਉਹ ਸਾਰੇ ਖੰਭ ਚਾਹੀਦੇ ਹਨ ਜਿਹੜੇ ਤੋਤੇ ਕੋਲ ਹਨ। ਇਸ ਤਰ੍ਹਾਂ ਉਹਨਾਂ ਨੂੰ ਕਾਫੀ ਚਿਰ ਤੱਕ ਭੋਜਨ ਦਾ ਕੋਈ ਵੀ ਫਿਕਰ ਨਹੀਂ ਰਹੇਗਾ। ਰਾਮੂ ਦੀ ਗੱਲ ਸੁਣ ਕੇ ਤੋਤਾ ਹੱਸ ਪਿਆ ਤੇ ਕਹਿਣ ਲੱਗਾ, ਜੇਕਰ ਤੂੰ ਖੰਭਾਂ ਦੀ ਖਾਤਰ ਹੀ ਮੈਨੂੰ ਕੈਦ ਕੀਤਾ ਹੈ ਤਾਂ ਮੈਨੂੰ ਪਹਿਲਾਂ ਹੀ ਦੱਸ ਦੇਣਾ ਸੀ, ਕਿਉਂਕਿ ਮੈਂ ਤਾਂ ਜਾਦੂ ਵਾਲੇ ਖੰਭ ਉਸ ਦਰਖਤ 'ਤੇ ਹੀ ਛੱਡ ਆਇਆ ਹਾਂ। ਲਾਲਚ ਵਿੱਚ ਅੰਨਾ ਹੋਇਆ ਰਾਮੂ ਤੋਤੇ ਨੂੰ ਜੰਗਲ ਵਿੱਚ ਉਸ ਦਰਖਤ ਥੱਲੇ ਲੈ ਗਿਆ। ਤੋਤੇ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਕਹਿਣ ਲੱਗਾ ਕਿ ਜਾ ਆਲੇ ਵਿੱਚੋਂ ਸਾਰੇ ਖੰਭ ਲੈ ਆ। ਤੋਤਾ ਹੁਣ ਆਜ਼ਾਦ ਹੋ ਚੁੱਕਾ ਸੀ।
ਤੋਤਾ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਰਾਮੂ ਨੂੰ ਕਹਿਣ ਲੱਗਾ ਕਿ ਗੱਲ ਸੁਣ ਲੋ ਵੀ ਬੱਚੇ, ਤੂੰ ਯਾਦ ਕਰ ਰੱਬ ਸੱਚੇ ਨੂੰ, ਭਲੇ ਦਾ ਜੋ ਬੁਰਾ ਕਰੇ ਰੱਬ ਵੀ ਨਾ ਉਸਨੂੰ ਮਾਫ ਕਰੇ। ਇਹ ਕਹਿ ਕੇ ਤੋਤਾ ਉੱਡ ਗਿਆ। ਸਿੱਖਿਆ, ਜਿਹੜਾ ਤੁਹਾਡੇ ਤੇ ਕੋਈ ਉਪਕਾਰ ਕਰੇ ਉਸ ਨਾਲ ਕਦੇ ਵੀ ਧੋਖਾ ਨਹੀਂ ਕਰਨਾ ਚਾਹੀਦਾ, ਕਿਸੇ ਨਾਲ ਵੀ ਧੋਖਾ ਨਹੀਂ ਕਰਨਾ ਚਾਹੀਦਾ। ਠੀਕ ਹੈ ਬੇਟੇ, ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਇਹ ਪਾਠ ਤੁਸੀਂ ਚੰਗੀ ਤਰ੍ਹਾਂ ਰੀਡ ਕਰਨਾ ਹੈ, ਫਿਰ ਕੱਲ੍ਹ ਇਹਦੇ ਵਿੱਚੋਂ ਆਪਾਂ ਭੁਲਾਵੇਂ ਸ਼ਬਦ ਤੇ ਸ਼ਬਦ ਅਰਥ ਕਰਾਂਗੇ। ਧੰਨਵਾਦ।